फ्रेंड है यार, कोई चक्कर नहीं बेटा। हेलो हेलो दलाल पति नहीं चैनल हेलो हेलो पवन सर हेलो पवन जी इनवाइट कर रहे हैं। पवन सर हेलो पवन सर, पवन जी अनम्यूट करिए जी अपने आप को। पवन सर हेलो पवन सर हेलो पवन सर अनम्यूट करना जी अपने आप सुनाओ। हाँ जी ठीक है जी सर स्टार्ट कर दिए जी। हाँ जी स्टार्ट करो जी। हेलो हाँ जी सर करो जी। ठीक है ठीक है। हेलो गुड मॉर्निंग टू ऑल। आज का जो अपना लाइव सैशन है वो आप लाइव सैशन के ऊपर टी स्पॉट मिलिंग मशीन से कितना करता जाता है उस बारे जानकारी देंगे। इस लाइव सैशन दौरान सब तो पहला मैं जिन्ने भी साडे डिग्निटी साडे ऑफिसर साहिबान सानू जुड़े हैं अज इस लाइव सैशन में असीं उन्हां सारिਆਂ ਨੂੰ वेलकम करते हैं। सारे प्रिंसिपल साहिबाना का असीं वेलकम करते हैं, सारे टीचर साहिबाना का असीं वेलकम करते हैं ਅਤੇ ਉਹਨਾਂ ਦੇ ਨਾਲ ਸਾਡੇ ਜਿੰਨੇ ਵੀ ਸਟੂਡੈਂਟਸ ਹਨ ਅੱਜ ਲਾਈਵ ਸੈਸ਼ਨ 'ਚ ਜੁੜੇ ਹਨ ਅਸੀਂ ਉਹਨਾਂ ਦਾ ਸਾਰਿਆਂ ਦਾ ਅੱਜ ਵੈਲਕਮ ਕਰਦੇ ਹਾਂ। ਇਸ ਲਾਈਵ ਸੈਸ਼ਨ ਦੇ ਦੌਰਾਨ ਅਸੀਂ ਦੇਖਾਂਗੇ ਕਿ ਮਿਲਿੰਗ ਮਸ਼ੀਨ ਦੇ ਉੱਪਰ ਆਪਾਂ ਟੀ ਸਲੋਟ ਕਿੱਦਾਂ ਕੱਟਣਾ ਹੈ, ਕੀ ਉਹਦੀ ਸਪੈਸੀਫਿਕੇਸ਼ਨ ਕਿੱਦਾਂ ਰੱਖਣੀਆਂ ਹੈ ਤੇ ਕਿੱਦਾਂ ਉਹਦਾ ਤੇ ਕਿਸ ਤਰੀਕੇ ਦੇ ਨਾਲ ਪੀਸ ਆਪਾਂ ਹੋਲਡ ਕਰਨਾ ਹੈ। ਬਿਫੋਰ ਸਟਾਰਟਿੰਗ ਆਪਾਂ ਪਹਿਲਾਂ ਮਸ਼ੀਨ ਬਾਰੇ ਕੋਈ ਜਾਣਕਾਰੀ ਲੈ ਲਈਏ ਕਿ ਮਸ਼ੀਨ ਦੇ ਮਿਲਿੰਗ ਮਸ਼ੀਨ ਦੇ ਉੱਪਰ ਕਿਹੜੇ ਪਾਰਟ ਹੁੰਦੇ ਹਨ, ਕਿੱਦਾਂ ਇਹ ਕੰਮ ਕਰਦੀ ਹੈ। सब तो पहले अगर आप ये हमारी गल करिए एक हेड स्टॉक होता है मशीन का जिसे आप एक एंड मिल कटर पहला ही बन के रखा हुआ है। ये एंड मिल कटर के नाल आप जॉब बनी हुई है, जॉब में होल्ड किया है, वाइस के ऊपर होल्ड किया हुआ है। ठीक है ये दा कॉलम है कि वाइस मिलिंग मशीन का कॉलम बनाया हुआ है, कॉलम के नाल बेस का कास्ताना बनाया हुआ है। बेस का कास्ताना क्यों होता क्योंकि कास्तान में कंप्रेसिव स्ट्रेंथ ज्यादा होती लैंड जिससे कि जितनी वाइब्रेशन है सारा बेस का कंट्रोल कर सकता है। और आप मूल रूप से देखिए कि पीस से होल्ड किया हुआ है, टूल है, इक्विपमेंट है, आ वाइस लगी है दोनों पासे। आप जो भी इंडस्ट्री जो भी आप काम करना है आप तीन चीज़ा बिल्कुल ध्यान रखना है कि जो भी आप टूलों का काम करना है हर एक चीज टूल नहीं होंगी जिहदे आप काम करते हैं। जिदा स्पैनर है ये तुम्हारा टूल है, ठीक है जी। जिदा वर्नियर कैलिपर है ये तुम्हारा इंस्ट्रूमेंट है क्योंकि इन्हें आप मेजर करते हैं। जो तुम्हारी वाइस है ये इक्विपमेंट है क्योंकि जॉब को होल्ड करता है। इस करके हर चीज टूल नहीं होंगी,
ਦਿਆਂ ਦਾ ਡਿਫਰੈਂਸ਼ੀਏਸ਼ਨ, ਇਹਨਾਂ ਤਿੰਨਾਂ ਵਿੱਚ ਡਿਫਰੈਂਸ਼ੀਏਸ਼ਨ ਹੁੰਦਾ ਚੀਜ਼ਾਂ ਦਾ। ਆਓ ਆਪਾਂ ਪਹਿਲਾਂ ਦੇਖੀਏ ਕਿ ਟੱਚ ਕੱਟ ਲਾ ਕੇ ਦੇਖੀਏ ਵੀ ਕਿੱਦਾਂ ਲਾਉਂਦਾ ਹੈ। ਹੁਣ ਆਪਾਂ ਤੁਹਾਨੂੰ ਟੱਚ ਕੱਟ ਲਗਾਵਾਂਗੇ ਕਿ ਮਸ਼ੀਨ ਫਿੱਟ ਕਰ ਲਈ ਹੈ, ਕਿੱਦਾਂ ਕਿੱਦਾਂ ਮਸ਼ੀਨ ਚੱਲੇਗੀ। ਪਹਿਲਾਂ ਆਪਾਂ ਐਂਡ ਮਿਲ ਦੇ ਨਾਲ ਮਸ਼ੀਨ ਦੇ ਉੱਪਰ ਇੱਕ ਟੱਚ ਕੱਟ ਲਾ ਕੇ ਦੇਖਾਂਗੇ, ਗਰੂਪ ਐਂਡ ਮਿਲ ਦੇ ਨਾਲ ਗਰੂਪ ਕੱਢ ਕੇ ਤੁਹਾਨੂੰ ਦਿਖਾਵਾਂਗੇ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਐਂਡ ਮਿਲ ਦੇ ਨਾਲ ਇੱਕ ਗਰੂਪ ਨਿਕਲ ਰਿਹਾ ਹੈ, ਏਦਾਂ ਹੀ ਕੰਟੀਨਿਊ ਇਹ ਪ੍ਰੋਸੈਸ ਆਪ ਕਰਾਂਗੇ, ਫੀਡ ਦੇਈ ਜਾएंगे, ਗਰੂਪ ਨਿਕਲੀ ਜਾਏਗਾ। ਮਸ਼ੀਨ ਚਲਾਉਣ ਤੋਂ ਪਹਿਲਾਂ ਆਪਾਂ ਨੂੰ ਦੋ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਣਾ ਪੈਂਦਾ ਹੈ। ਇੱਕ ਤਾਂ ਇੱਕ ਸੇਫਟੀ, ਜਦੋਂ ਵੀ ਮਸ਼ੀਨ ਚਲਾਉਣੀ ਹੈ ਤੁਸੀਂ ਆਪਣੀ ਸੇਫਟੀ ਦਾ ਬਹੁਤ ਧਿਆਨ ਰੱਖਣਾ ਹੈ ਤਾਂ ਕਿ ਮਸ਼ੀਨ 'ਚ ਕੋਈ ਕਰੰਟ ਨਾ ਆਉਂਦਾ ਹੋਵੇ, ਆਸੇ-ਪਾਸੇ ਤੁਹਾਡੇ ਕੱਪੜੇ ਦੇ ਲੂਜ਼ ਤੁਸੀਂ ਪਾਏ ਹੋਣ ਤਾਂ ਕਿ ਕੋਈ ਕੱਪੜਾ ਵਿੱਚ ਨਾ ਫਸ ਜਾਵੇ, ਕਿਉਂਕਿ ਕਾਫੀ ਚੀਜ਼ਾਂ ਮੂਵਮੈਂਟ ਕਰਦੀਆਂ ਹੁੰਦੀਆਂ ਮਸ਼ੀਨ ਵਿੱਚ। ਇਸ ਚੀਜ਼ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈ ਕਿ ਤੁਸੀਂ ਜਦੋਂ ਵੀ ਮਸ਼ੀਨ ਨਾਲ ਕੰਮ ਕਰਨਾ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਮਸ਼ੀਨ ਚਲਾਉਣ ਤੋਂ ਪਹਿਲਾਂ ਉਹਦੀ ਸੇਫਟੀ ਪ੍ਰੀਕਾਸ਼ਨ ਬਾਰੇ ਜਾਣ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤਰੀਕੇ ਨਾਲ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਨਾਲ ਇਹ ਪੀਸ ਇੱਕ ਕਾਸਟਾਂ ਦਾ ਪੀਸ ਬਣਿਆ ਹੋਇਆ ਹੈ। ਜੋ ਟੂਲ ਹੈ ਐਂਡ ਮਿਲ, ਇਹ ਹਾਈ ਕਾਰਬਨ ਸਟੀਲ, ਹਾਈ ਸਪੀਡ ਸਟੀਲ ਦਾ ਟੂਲ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਏਦਾਂ ਹੀ ਹੌਲੀ ਹੌਲੀ ਆਪਾਂ ਇਹ ਕੱਟ ਲਗਾਵਾਂਗੇ ਔਰ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਹੌਲੀ ਹੌਲੀ ਕੱਟ ਲੱਗ ਰਿਹਾ ਹੈ ਔਰ ਇਹਨੂੰ ਕ੍ਰੋਸ ਸਪੀਡ ਆਪਾਂ ਦੇ ਰਹੇ ਹਾਂ ਟੂਲ ਦੇ ਸਾਹਮਣੇ, ਕਿਉਂਕਿ ਆਹ ਐਕਸਿਸ, ਇਹਦਾ ਐਕਸਿਸ ਔਰ ਟੇਬਲ ਦਾ ਐਕਸਿਸ ਇੱਕ ਦੂਜੇ ਦੇ ਕ੍ਰੋਸ ਆ ਰਹੇ ਹੋ ਔਰ ਬਿਲਕੁਲ ਤੁਸੀਂ ਦੇਖਿਓ ਨਾਲ ਇਹ ਪੀਸ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਹੋਈ ਜਾ ਰਿਹਾ ਹੈ। ਇੰਡਸਟਰੀ ਵਿੱਚ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਾਫੀ ਇੰਡਸਟਰੀ ਵਿੱਚ ਇਦਾਂ ਹੁੰਦਾ ਕਿ ਇੰਡਸਟਰੀ ਵਿੱਚ ਪ੍ਰੋਡਕਸ਼ਨ ਦੀ ਵੈਲਿਊ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ। ਇੱਕ ਪ੍ਰੋਡਕਸ਼ਨ, ਇੱਕ ਕੁਆਲਿਟੀ ਕੰਟਰੋਲ, ਦੋਨੇ ਚੀਜ਼ਾਂ ਦਾ ਬਹੁਤ ਜ਼ਿਆਦਾ ਰਿਲੇਸ਼ਨ ਹੈ। ਪ੍ਰੋਡਕਸ਼ਨ ਇਸ ਕਰਕੇ ਜ਼ਰੂਰੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਕੰਮ ਕਰਦੇ ਹਾਂ 8 ਘੰਟੇ ਚ ਤੁਸੀਂ ਕਿੰਨੀ ਪ੍ਰੋਡਕਸ਼ਨ ਦਿੰਦੇ ਹੋ, ਕਿ ਕਿਹੜਾ ਸਕਿਲਡ ਵਰਕ ਇਦਾਂ ਦਾ ਜਿਹੜਾ ਆਪਣੇ ਕੰਮ ਨੂੰ ਬਿਹਤਰ ਤਰੀਕੇ ਨਾਲ ਕਰ ਸਕਦਾ, ਉਹਦੀ ਵੈਲਿਊ ਹੁੰਦੀ ਹੈ। ਇਸ ਕਰਕੇ ਜਿੰਨੇ ਵੀ ਸਟੂਡੈਂਟ ਇਹ ਕੰਮ ਨੂੰ ਦੇਖ ਰਹੇ ਆ, ਸਿੱਖ ਰਹੇ ਹਨ, ਉਹਨਾਂ ਨੂੰ ਆਪਣੇ ਕੰਮ ਵਿੱਚ ਮਹਾਰਤ ਲਿਆਉਣੀ ਚਾਹੀਦੀ ਹੈ, ਕੰਮ ਵਿੱਚ ਐਕੂਰੇਸੀ ਲੈ ਕੇ ਆਉਣੀ ਚਾਹੀਦੀ ਹੈ। ਜਿੰਨੇ ਤੁਹਾਡੇ ਹੱਥ 'ਚ ਐਕੂਰੇਸੀ ਹੋਏਗੀ ਉਨੇ ਤੁਸੀਂ ਵਧੀਆ ਤਰੀਕੇ ਨਾਲ ਕੰਮ ਕਰੋ। ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਗਰੂਪ ਹੁਣ ਨਿਕਲ ਰਿਹਾ, ਆਪਾਂ ਥੱਲੇ ਫੀਡ ਦੇ ਰਹੇ ਹਾਂ, ਇੱਥੋਂ ਆਪਾਂ ਇਸ ਮਸ਼ੀਨ ਤੋਂ ਆਪਾਂ ਥੱਲੇ ਫੀਡ ਦੇ ਰਹੇ ਹਾਂ, ਇਹਦੇ ਕ੍ਰੋਸ ਫੀਡ ਜਾ ਰਹੀ ਹੈ ਤਾਂ ਜੋ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕਟਰ ਨੂੰ ਕੱਟੀ ਜਾ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ ਗਰੂਪ ਕੱਢਾਂਗੇ, ਤੁਹਾਨੂੰ ਬਿਲਕੁਲ ਕਲੋਜ਼ ਅਪ ਦਿਖਾਉਂਦੇ ਹਾਂ। ਆਹ ਦੇਖੋ ਗਰੂਪ ਨਾਲ ਨਿਕਲ ਰਿਹਾ ਆਪਣੇ ਧਿਆਨ ਦੇ ਨਾਲ। ਇਸ ਦੇ ਨਾਲ ਤੁਸੀਂ ਫੀਡ ਦੇਈ ਜਾਓਗੇ, ਫੀਡ ਦੇ ਨਾਲ ਕ੍ਰੋਸ ਫੀਡ ਨੂੰ ਦਿੰਦੇ ਆ ਤਾਂ ਜੋ ਨਾਲ ਗਰੂਪ ਬਿਲਕੁਲ ਨਿਕਲ ਜਾਵੇ। ਆਮ ਦੇਖਣ ਚ ਆਇਆ ਹੈ ਕਿ ਜਿੱਦਾਂ ਵੀ ਆਪਾਂ ਕਿਸੇ ਇੰਡਸਟਰੀ ਚ ਇੰਟਰਵਿਊ ਵਾਸਤੇ ਜਾਂਦੇ ਆ, ਉੱਥੇ ਆਪਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਤੁਹਾਨੂੰ ਇੰਸਟਰੂਮੈਂਟ ਪੜ੍ਹਨੇ ਆਉਂਦੇ ਹਨ, ਕਿਉਂਕਿ ਇੰਡਸਟਰੀ ਵਿੱਚ ਬੰਦਾ ਉਹੀ ਕਾਮਯਾਬ ਹੈ ਜਿਹਨੂੰ ਟੂਲ, ਇਕਵਿਪਮੈਂਟ ਔਰ ਇੰਸਟਰੂਮੈਂਟ ਤਿੰਨਾਂ ਬਾਰੇ ਪ੍ਰੋਪਰ ਨੌਲੇਜ ਹੋਵੇ। ਹੁਣ ਆਮ ਆਪਾਂ ਨੂੰ ਪੁੱਛਿਆ ਜਾਂਦਾ ਕਿ ਦੱਸੋ ਜੀ ਇੰਡਸਟਰੀ ਵਿੱਚ ਵੀ ਵਰਨੀਅਰ ਕੈਲੀਪਰ ਦਾ ਲੀਸਟ ਕਾਊਂਟ ਕਿੰਨਾ ਹੁੰਦਾ ਹੈ, ਮਾਈਕਰੋਮੀਟਰ ਦਾ ਲੀਸਟ ਕਾਊਂਟ ਕਿੰਨਾ ਹੁੰਦਾ ਹੈ। ਜਦੋਂ ਵੀ ਤੁਸੀਂ ਪਲੇਸਮੈਂਟ 'ਚ ਜਾਓਗੇ ਉੱਥੇ ਇਹ ਆਮ ਚੀਜ਼ਾਂ ਪੁੱਛੀਆਂ ਜਾਂਦੀਆਂ। ਜਿੱਦਾਂ ਤੁਸੀਂ ਮੇਰੇ ਹੱਥ ਦੇਖਦੇ ਹੋ ਵਰਨੀਅਰ ਕੈਲੀਪਰ, ਇਹ ਵਰਨੀਅਰ ਕੈਲੀਪਰ ਹੈ, ਇਹਦਾ ਲੀਸਟ ਕਾਊਂਟ 0.02 ਹੁੰਦਾ ਹੈ mm, ਠੀਕ ਹੈ। ਇਹਦਾ ਮਤਲਬ ਕਿ ਜਦੋਂ ਵੀ ਆਪਾਂ ਇਹਨਾਂ ਰੀਡਿੰਗ ਲੈਣੀ ਹੈ ਇਸ ਮਾਈਕਰੋਮੀਟਰ ਦੇ ਨਾਲ, ਇਸ ਵਰਨੀਅਰ ਕੈਲੀਪਰ ਦੇ ਨਾਲ, ਉਹਦਾ ਘੱਟੋ ਘੱਟ ਵੈਲਿਊ ਉਹ 0.02 ਨਾਪ ਸਕਦਾ। ਏਦਾਂ ਹੀ ਮਾਈਕਰੋਮੀਟਰ ਹੁੰਦੇ ਹਨ ਜਿਹਦਾ ਲੀਸਟ ਕਾਊਂਟ 0.01 ਹੁੰਦਾ। ਜੇ ਤੁਸੀਂ ਧਿਆਨ ਨਾਲ ਇਸ ਪ੍ਰੋਸੈਸ ਵੱਲ ਦੇਖੋਗੇ, ਦੇਖੋ ਆਪਣਾ ਘੱਟੋ ਘੱਟ 10 ਤੋਂ ਲੈ ਕੇ 15 mm ਤੱਕ ਇਹ ਗਰੂਪ ਨਿਕਲ ਚੁੱਕਾ ਹੈ। ਇੱਥੇ ਆਪਾਂ ਫੀਡ ਦੇ ਕੇ ਇਹਨੂੰ 20 mm ਤੱਕ ਲੈ ਕੇ ਜਾਣਾ ਹੈ। ਜਦੋਂ ਇਹ ਗਰੂਪ 20 mm ਤੱਕ ਨਿਕਲ ਗਿਆ, ਉਸ ਤੋਂ ਬਾਅਦ ਆਪਾਂ ਇੱਕ ਟੀ-ਸ਼ਾਟ ਕਟਰ ਬਣਾਂਗੇ। ਇਹ ਟੀ-ਸ਼ਾਟ ਕਟਰ ਹੈ ਜਿਹੜਾ ਆਪਾਂ ਉਸ ਤੋਂ ਬਾਅਦ ਬਣਨਾ ਹੈ। ਇਹਨੂੰ ਟੀ-ਸ਼ਾਟ ਕਟਰ ਕਿਉਂ ਕਹਿੰਦੇ ਹਨ? ਕਿਉਂਕਿ ਇਹਦੀ ਸ਼ੇਪ ਬਿਲਕੁਲ ਟੀ ਵਰਗੀ ਹੁੰਦੀ ਹੈ। ਇਹਨੂੰ ਆਪਾਂ ਉਲਟਾ ਕਰ ਦਈਏ, ਇਹ ਪੂਰੀ ਸ਼ੇਪ ਦਊਗਾ ਟੀ, ਪੂਰੀ ਟੀ ਦੀ ਸ਼ੇਪ ਦਊਗਾ। ਲਾਈਵ ਸੈਸ਼ਨ ਵਿੱਚ ਹਮੇਸ਼ਾ ਇਹ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਡਿਸਟਰਬੈਂਸ ਬਹੁਤ ਹੁੰਦੀ ਇੰਡਸਟਰੀ ਵਿੱਚ ਜੋ ਆਪਾਂ ਕੰਮ ਕਰਦੇ ਹਾਂ ਤੇ ਕਈ ਗੱਲਾਂ ਕਲੀਅਰ ਨਹੀਂ ਹੁੰਦੀਆਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਤੁਹਾਨੂੰ ਦੱਸ ਸਕੀਏ ਨਾਲ ਜ਼ਰੂਰ ਦੱਸਾਂਗੇ, ਕਿਉਂਕਿ ਇੱਥੇ ਹੋਰ ਮਸ਼ੀਨਾਂ ਦੀਆਂ ਆਵਾਜ਼ਾਂ ਬਹੁਤ ਆ ਰਹੀਆਂ, ਉਹਦੇ ਵਾਸਤੇ ਤੁਹਾਨੂੰ ਮਾਫੀ ਮੰਗ ਰਹੇ ਹਾਂ ਤਾਂ ਜੋ ਤੁਹਾਨੂੰ ਡਿਸਟਰਬੈਂਸ ਹੋ ਰਹੀ ਹੈ ਚੀਜ਼ਾਂ ਦੀ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਈਵ ਤੁਹਾਨੂੰ ਦਿਖਾਇਆ ਜਾਵੇ, ਐਕਚੁਅਲੀ ਪੀਸ ਬਾਰੇ ਤੁਹਾਨੂੰ ਜ਼ਰੂਰ ਦੱਸਿਆ ਜਾਵੇ ਕਿ ਪੀਸ ਵਿੱਚ ਹੋ ਕੀ ਰਿਹਾ। ਆਹ ਦੇਖੋ ਇਸ ਪੂਰਾ ਵਧੀਆ ਤਰੀਕੇ ਦੇ ਨਾਲ
ਪੀਸ ਵਿੱਚ ਐਂਡ ਮਿਲ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਜਿਹੜੀ ਇਹ ਚਿਪਸ ਨਿਕਲ ਰਹੀ ਤੁਸੀਂ ਦੇਖ ਰਹੇ ਹੋ ਚਿਪਸ, ਇਹਨੂੰ ਚਿਪਸ ਕਹਿੰਦੇ ਆ। ਇਹ ਪਾਊਡਰ ਸ਼ੇਪ ਚਿਪਸ ਹੁੰਦੀ ਹੈ। ਚਿਪਸ ਤਿੰਨ ਟਾਈਪ ਦੀ ਹੁੰਦੀ ਆ। ਇੱਕ ਹੁੰਦੀ ਹੈ ਜੀ ਕੰਟੀਨਿਊ ਚਿਪਸ, ਇੱਕ ਹੁੰਦੀ ਹੈ ਡਿਸਕੰਟੀਨਿਊ ਚਿਪਸ, ਇਹ ਪਾਊਡਰ ਸ਼ੇਪ ਚਿਪਸ ਹੈ। ਜਿਹੜੀ ਕਿਉਂਕਿ ਕਾਸਟਰਾਂ ਦੇ ਪੀਸ ਹੈ ਔਰ ਕਾਸਟਰਾਂ ਦੇ ਪੀਸ ਵਿੱਚ ਹਮੇਸ਼ਾ ਪਾਊਡਰ ਸ਼ੇਪ ਚਿਪਸ ਹੀ ਨਿਕਲਦੀ ਹੈ। ਇਸ ਕਰਕੇ ਇਹ ਚਿਪਸ ਦਾ ਬਾਰੇ ਤੁਹਾਨੂੰ ਦੱਸਿਆ ਕਿ ਕਿਉਂਕਿ ਚਿਪਸ ਵਿੱਚ ਕਿਉਂਕਿ ਕਾਸਟਰਾਂ ਨੂੰ ਮਸ਼ੀਨਿੰਗ ਕਰਨਾ ਬਹੁਤ ਈਜ਼ੀ ਹੈ, ਇਸ ਕਰਕੇ ਅਸੀਂ ਕਾਸਟਰਾਂ ਦਾ ਇਸਤੇਮਾਲ ਕੀਤਾ ਤਾਂ ਕਿ ਈਜ਼ੀ ਤੁਹਾਨੂੰ ਬੜਾ ਉਹ ਜੋ ਤੁਹਾਡਾ ਟੇਸਟ ਛੋਟਾ ਬਣ ਕੇ ਤੁਹਾਨੂੰ ਨਜ਼ਰ ਆ ਜਾਏ। ਲਾਈਟ ਕਈ ਇੰਡਸਟਰੀਆਂ 'ਚ ਪ੍ਰੋਡਕਸ਼ਨ ਦੇ ਨਾਲ ਕਈ ਇੰਡਸਟਰੀਆਂ ISO ਹੁੰਦੀਆਂ ਜਿੱਦਾਂ ਉਹਨਾਂ 'ਚ ਕੁਆਲਿਟੀ ਦਾ ਕੰਟਰੋਲ ਕੀਤਾ ਜਾਂਦਾ ਹੈ, ਔਰ ਕਈ ਇੰਡਸਟਰੀਆਂ ਵਿਦਾਊਟ ISO ਹੁੰਦੀਆਂ ਜਿੱਥੇ ਕੈਜੂਅਲ ਕੰਮ ਕੀਤਾ ਜਾਂਦਾ ਹੈ। ਜਿੱਥੇ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਇਹ ਹੈ ਜਵਿੰਦਰਾ ਇੰਡਸਟਰੀ, ਜਿੱਥੇ ਡਿਫਰੈਂਟ ਟਾਈਪ ਦੀਆਂ ਮਸ਼ੀਨਾਂ ਪਈਆਂ। ਤੁਹਾਨੂੰ ਅੱਜ ਅਸੀਂ ਹੋਰ ਮਸ਼ੀਨਾਂ ਵੀ ਦਿਖਾਵਾਂਗੇ, ਜਿਵੇਂ ਕਿ ਹੋਰੀਜ਼ੋਨਟਲ ਮਿਲਿੰਗ ਮਸ਼ੀਨ, ਇਹ ਵਰਟੀਕਲ ਮਿਲਿੰਗ ਮਸ਼ੀਨ ਹੈ। ਹੋਰੀਜ਼ੋਨਟਲ ਮਿਲਿੰਗ ਮਸ਼ੀਨ ਤੁਹਾਨੂੰ ਦਿਖਾਵਾਂਗੇ, ਲੇਥ ਲੱਗੀ ਹੈ, ਲੇਥ ਤੁਹਾਨੂੰ ਅੱਜ ਉਹਦੇ ਬਾਰੇ ਥੋੜੀ ਜਾਣਕਾਰੀ ਦੇਵਾਂਗੇ। ਸਟੂਡੈਂਟ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ ਵੀ ਤੁਸੀਂ ਕਿਤੇ ਬਾਹਰ ਇੰਟਰਵਿਊ ਦੇਣ ਜਾਓ ਕਿਸੇ ਇੰਡਸਟਰੀ ਦੇ ਵਿੱਚ, ਉੱਥੇ ਤੁਹਾਨੂੰ ਤਿੰਨ ਚਾਰ ਚੀਜ਼ਾਂ ਪੁੱਛਦੇ ਆ। ਇੱਕ ਤੁਹਾਨੂੰ ਪੁੱਛਦੇ ਕਿ ਦੱਸੋ ਵੀ ਲੀਡ ਸਕਰੂ ਕੀ ਹੁੰਦੇ ਆ, ਜਿੱਦਾਂ ਪੁੱਛ ਲੈਂਦੇ ਲੀਡ ਸਕਰੂ ਕੀ ਹੁੰਦਾ, ਉਹਦੇ ਉੱਤੇ ਕਿਹੜਾ ਥ੍ਰੈਡ ਪਿਆ ਹੁੰਦਾ, ਠੀਕ ਆ। ਇਹ ਤੁਹਾਨੂੰ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ। ਇਸ ਤਰੀਕੇ ਨਾਲ ਇਹ ਸਾਰੀਆਂ ਹੀ ਜਿਹੜਾ ਤੁਸੀਂ ਦੇਖ ਰਹੇ ਹੋ ਕ੍ਰੋਸ ਫੀਡ ਹੈ, ਆਹ ਕ੍ਰੋਸ ਫੀਡ ਚੱਲ ਰਹੀ ਹੈ ਇਸ ਟਾਈਮ, ਜਿਹੜਾ ਤੁਸੀਂ ਦੇਖ ਰਹੇ ਹੋ ਸਾਡੀ ਪੀਸ ਅੱਗੇ ਪਿੱਛੇ ਜਾ ਰਿਹਾ ਨਾਲ, ਔਰ ਇਹਦੇ ਨਾਲ ਤੁਹਾਨੂੰ ਬਿਲਕੁਲ ਨੀਟ ਐਂਡ ਕਲੀਅਰ ਨਜ਼ਰ ਆਊਗਾ ਕਿ ਆਪਰੇਸ਼ਨ ਹੋ ਰਿਹਾ। ਆਪਾਂ ਇਸ ਤਰੀਕੇ ਦੇ ਨਾਲ ਪੀਸ ਆਪਣਾ ਨਜ਼ਰ ਆਊਗਾ ਜਦੋਂ ਬਣੂਗਾ, ਠੀਕ ਹੈ। ਜੋ ਆਪਾਂ ਆਹ ਸੈਕਸ਼ਨ ਵੀ ਦਿਖਾਇਆ ਜਾਂਦਾ, ਸੈਕਸ਼ਨ ਵੀ ਮੀਨਸ ਕੱਟਿਆ ਹੋਇਆ ਪੀਸ। ਆਹ ਜਿਹੜਾ ਤੁਸੀਂ ਕੈਵਿਟੀ ਦੇਖ ਰਹੇ ਹੋ ਇਹ ਚੀਜ਼ ਬਣੂਗੀ, ਇਹਨੂੰ ਕਹਿੰਦੇ ਪੀਸ ਸੌ। ਪਹਿਲਾਂ ਆਪਾਂ ਕੀ ਕਰ ਰਹੇ ਹਾਂ, ਪਹਿਲਾਂ ਸਿਰਫ ਆਪਾਂ ਗਰੂਵ ਮਾਰ ਰਹੇ ਹਾਂ ਇਹਦੇ ਨਾਲ ਐਂਡ ਮਿਲ ਦੇ ਨਾਲ। ਜੋ ਐਂਡ ਮਿਲ ਕਾਹਦਾ ਬਣਿਆ ਹੁੰਦਾ, ਹਾਈ ਸਪੀਡ ਸਟੀਲ ਦਾ। ਇਹਦਾ ਮਟੀਰੀਅਲ ਕਿਹੜਾ, ਹਾਈ ਸਪੀਡ ਸਟੀਲ। ਇਹ ਪਹਿਲਾਂ ਗਰੂਵ ਮਾਰਨ ਤੋਂ ਬਾਅਦ ਫਿਰ ਆਪਾਂ 30 ਸੌ ਕਟਰ ਇਸਤੇਮਾਲ ਕਰਾਂਗੇ। 30 ਸੌ ਕਟਰ ਪਹਿਲਾਂ 30 ਸੌ, ਉਸ ਤੋਂ ਬਾਅਦ ਆਹ 30 ਸੌ ਦਾ ਕਟਰ ਹੈ ਜੋ ਆਪਾਂ ਇਸ ਨੇ ਲੰਘਾਵਾਂਗੇ ਇਸ ਤਰੀਕੇ ਨਾਲ। ਇਹ ਵੀ ਪੂਰਾ ਕੰਟਰੋਲ ਕਰਨਾ, ਇਹਨੂੰ ਕਹਿੰਦੇ 30 ਸੌ ਕਟਰ। ਇਹ ਵੀ ਹਾਈ ਸਪੀਡ ਸਟੀਲ ਦਾ ਬਣਿਆ ਹੁੰਦਾ ਔਰ ਕਈ ਜਗ੍ਹਾ ਹਾਈ ਕਾਰਬਨ ਸਟੀਲ ਦਾ ਬਣਿਆ ਹੁੰਦਾ। ਸੋ ਇੱਥੇ ਕੰਟੀਨਿਊ ਆਪਾਂ ਫੀਡ ਦੇ ਜਾਵਾਂਗੇ ਕਿ ਇਹ ਆਪਰੇਸ਼ਨ ਕੰਟੀਨਿਊ ਚੱਲੇਗਾ, फीड दी जाएंगे। तो उस तो बाद जो अपन पता लगे कि 20 mm पूरा हो गया, उस बाद अपन ये करांगे तो एंड मिल का कटर उतार के इस जगह अपन टी स्लॉट कटर फिट करांगे इस स्पैंडल में। उस तो बाद फिर अपन कटर लगावांगे जिससे टी शेप ले लेगा और ਤੁਹਾਡਾ जो टी स्लॉट है बड़ा इजी और क्लियर का नजर आएगा। टी स्लॉट मिलिंग मशीन है, ये वर्टिकल मिलिंग मशीन है। ਜੇ ਤੁਸੀਂ ਚਾਹੋਗੇ ਕਿ ਤੁਸੀਂ ਹੋਰੀਜ਼ੋਨਟਲ ਮਿਲਿੰਗ ਮਸ਼ੀਨ ਤੇ ਗਰੂਵ ਕਰਨਾ ਤੇ ਤੁਹਾਨੂੰ ਸਾਈਡ ਐਂਡ ਫੇਸ ਮਿਲਿੰਗ ਕਰਨਾ ਇੱਕ ਸਿੰਗਲ ਯੂਜ਼ ਕਰਨਾ ਪੈਣਾ। ਉਹਦੀ ਜੋ ਉਹਦੀ ਚੌੜਾਈ ਹੋਏਗੀ ਜਾਂ ਉਹਦੀ ਥਿਕਨੈਸ ਹੋਏਗੀ ਉਹ ਇਸ ਬਲੌਕ ਦੇ ਇਸ ਦੇ ਗਰੂਵ ਦੇ ਬਰਾਬਰ ਹੋਣੀ ਚਾਹੀਦੀ। ਤੁਸੀਂ ਉੱਥੇ ਵੀ ਗਰੂਵ ਪਹਿਲਾਂ ਕਰ ਸਕਦੇ, ਲੇਕਿਨ ਟੀ ਸਲੌਟ ਤੁਹਾਨੂੰ ਵਰਟੀਕਲ ਮਿਲਿੰਗ ਮਸ਼ੀਨ ਤੇ ਹੀ ਮਾਰਨਾ ਪੈਣਾ। ਆਓ ਕੰਟੀਨਿਊ ਤੁਸੀਂ ਆਪਰੇਸ਼ਨ ਦੇਖੋ ਕਿੱਦਾਂ ਹੋ ਰਿਹਾ। ਆਹ ਬੇਸ ਹੈ ਮਸ਼ੀਨ ਦਾ ਬੇਸ ਜੋ ਕਿ ਕਾਸਟ ਦਾ ਬਣਿਆ ਹੁੰਦਾ ਹੈ क्योंकि कास्ट आयरन में कंप्रेसिव स्ट्रेंथ ज्यादा होती, सारी वाइब्रेशन से बेस लेंदा है। लाइट एक्शन उसको नजर आ रहा है। ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਆਪਣੀ ਵਾਈਸ ਹੈ ਜਿੱਥੇ ਇੱਕ ਫਿਕਸ ਜਾ ਹੁੰਦਾ ਇੱਕ ਮੂਵ ਲੈਵਲ ਜਾ ਲੱਗਾ ਹੁੰਦਾ, ਤੁਹਾਨੂੰ ਪਤਾ ਹੀ ਹੋਣਾ। ਜਾ ਪਲੇਟਸ ਹੁੰਦੀਆਂ ਜੋ ਕਿ ਹਾਈ ਕਾਰਬਨ ਸਟੀਲ ਦੀਆਂ ਬਣੀਆਂ ਹੁੰਦੀਆਂ ਉਹ ਲੱਗੀਆਂ ਹੁੰਦੀਆਂ, ਬॉक्स ਨਟ लगा हुआ है ਵਿੱਚ, ये सारी चीजें। इस लाइव सैशन में
जो आप ग्रूव अपना निकल गया, आप ग्रूव कटन तो बाद तुरंत बाद ही आप इतने एंड मिल का कटर लावांगे। इस सैशन विच आफ्टर दिस जो ये पीस बन गया, ये हले ग्रुप सिंगल ग्रुप निकल रहा क्योंकि एंड मिल आप यूज कर रहे हैं, सिंगल ग्रुप निकल रहा। ग्रुप कटन तो बाद आप नाल ही यूज करांगे एंड मिल। हाँ, इहनू टी शेप है कि इहनू टी शेप का इहनू आपां टी स्लॉट कटर भी कहते हैं। क्यों कहते हैं? क्योंकि इसकी शेप टी टाइप की होंगी और ये इसी शेप को ये अगे तुहानू जॉब में दिखाई देगी जो बनूगा। ये हाई कार्बन स्टील का बनया या हाई स्पीड स्टील का बनया होता है। क्योंकि इंडस्ट्री में आप काम कर रहे हैं, इंडस्ट्री में आप दो तीन चीज़ों का ध्यान रखना क्योंकि वाइब्रेशन बहुत होनी होर मशीनों दी और मैंने लगता कि कई वेले आवाज़ की डिस्टर्बेंस आ सकती है। उस पास अभी क्षमा मांगते हैं, रिक्वेस्ट करते हैं कि थोड़ा एडजस्ट किया जाए। स्टूडेंट एक बहुत इंटरेस्टिंग चीज पई है, एक शाफ्ट जो कि हाई आर्पिंग के ऊपर चलती है, ये इस इंडस्ट्री से बनाई गई है। ये दोनों शाफ्ट सेंटर टू सेंटर बनाई गई। जो ये सेंटर टू सेंटर बनाई गई है, ये अपने आप से ट्रू हो गई। जे तुसी दोनों पासे दे डेड सेंटर लगा के यूज करांगे तो इहदी रन आउट चेक करांगे, इहदी रन आउट बिल्कुल 0 आएगी। क्यों 0 आएगी? क्योंकि ये शाफ्ट सेंटर टू सेंटर बनी है। एक सेंटर पे एक सेंटर लगा के एक लाइव सेंटर हो गया, एक डेड सेंटर लगा लिया और इतने कैरियर बन लिया, उन्हें टर्न कर लिया। ये शाफ्ट बड़े हाई आर्पिंग से चलती है। हाई आर्पिंग चलने नाल इहनू सेंटर टू सेंटर बनाया जाता। बड़ा इंटरेस्टिंग चीज है। जे तुसी इहदी रन आउट चेक करांगे तो डेड सेंटर में इहदी रन आउट 0 to 0 आएगी। क्यों आएगी? क्योंकि ये शाफ्ट लेथ मशीन से सेंटर टू सेंटर बनी है। जो भी शाफ्ट का काम करना हो हमेशा सेंटर टू सेंटर करके किया जाना चाहिए। उसके नाल की इहदी एक्यूरेसी आएगी और ये फिनिशिंग अच्छी आएगी और ये जो भी रन आउट है बिल्कुल 0 है। ये ध्यान रखना। ये मैं रोड पे ही देखनी तो वेरी इंपोर्टेंट। ये हाई कार्बन स्टील की बनी है जी। उस तो बाद ये हार्ड होएगी, हार्ड तो बाद सेंटर टू सेंटर ही ग्राइंड भी की जाएगी ताकि ये एक्यूरेसी बहुत बढ़िया आए। नाउ हुण आप कटर चेंज कर लगे हैं क्योंकि स्टोर बिल्कुल ध्यान निकल के स्टोर दिखा दो। ध्यान हाँ देखो कितना वधिया, देखो कितना वधिया ग्रुप एंड में निकल चुका है। ये आप एक सिंगल ग्रुप में कर लिया है। हुण आप थोड़ा इस पीस को खोल के थोड़ा ऊपर चकांगे, ऊपर चंगा के चक्कन तो बाद आप टी शॉर्ट कटर मारेंगे। आज इतनी शेप टी शॉर्ट डालेगा। हाँ देखो जिन्ना आप नापना सी आप साइज देख सकते हैं। ये 14 mm का ग्रुप निकल गया है और डेप्थ भी हैगी है। डेप्थ हो गई, ग्रुप में 14 mm निकल गया। हम आप कटर मारेंगे निकालना बराबरी आ जाना। हाँ बराबरी। ਹੁਣ ਆਪਾਂ ਇਸ ਵਿੱਚ ਤੁਹਾਨੂੰ ਲਾਈਵ ਆਪਾਂ ਇੱਥੋਂ ਬੰਨਦੇ ਹਾਂ क्योंकि स्टैंडर्ड ਨਾਲ ਆਪਾਂ ਖੋਲ ਲਿਆ ਉੱਪਰੋਂ ਸੌਕਟ ਵਿੱਚ ਖੋਲ ਕੇ ਆ ਸੌਕਟ ਇਹਦੀ ਬਾਹਰ ਆ ਜਾਏਗੀ, ਸਲੀਪ ਬਾਹਰ ਆ ਜਾਏਗੀ। ਹੁਣ ਆਪਾਂ ਇਹ 'ਚ 30 शॉर्ट कटर बनना है और इन्हें ऊपरों टाइट किया जाएगा स्पैनर के नाल।
ये जरूर ध्यान रखना कि तुहाडा जो कटर है वो बिल्कुल टाइट होवे और उसकी अलाइनमेंट बिल्कुल सही हो। जो अलाइनमेंट सही नहीं होगी तो कटर टुटन का डर होंगे। इस करके जो भी आप इंडस्ट्री काम करना बड़ा केयरफुली काम करना और तुहानू नॉलेज होनी चाहिए अपने टूल की, इक्विपमेंट्स की और इंस्ट्रूमेंट बारे सारे, ताकि तुहाडा कोई एक्सीडेंट चांसेस ना हो। और जो भी इंडस्ट्री काम करना हमेशा सेफ्टी का ध्यान सब तो पहले रखना। किसी ने आप गल नहीं फालतू कर सकते, आप हमेशा ध्यान रखना कि जो सारे काम हो रहे हैं देखो ध्यान कटर हम बिल्कुल थले जाऊगा जो कटर की अलाइनमेंट और सेंटर ये करना बहुत ज्यादा जरूरी है ताकि 30 फुट का कटर अपनी शेप उस तरह के ना लगे। ये बिल्कुल ध्यान देखो इसको आप सेट कर रहे हैं ताकि ये मूवमेंट हो सके। आप फीड दे रहे हैं ऊपर ताकि कटर अपनी पोजीशन सही ला सके। कट लग रहा है टी शेप की शेप लैन जा रहा है। शेप लाइन जा रहा है बिल्कुल बिल्कुल आराम के नाल थोड़ी फीड देनी है जो अपन शेप मिल जाए प्रॉपर। और एक ध्यान जो रखना कि फीड का भी ध्यान रखना फीड में देने लगी ज्यादा टाइम नहीं करनी क्योंकि जो फीड देनी है बड़े आराम से फीड कितने के लिए वाइब्रेशन हो रही है। कटर का आप लोग ठीक कर रहे हैं, सीधी कर रहे हैं, सीधे चला कटर सीधे कर बिल्कुल आराम के नाल हौली हौली कटर की स्पीड दी जानी तो जो कटर भजा करना सड़कों में देखो शेप ला रहा कटर जितना कटर अंदर जाऊगा अपन स्पीड का बिल्कुल जो तीसरों का कटर मारना वो स्पीड बिल्कुल थोड़ी रखनी है। आपने तो मान ज्यादा हो कोई गल नहीं लेकिन स्पीड घट होगी। देखो जितना नाल चली जा रहे हैं नाल स्पीड आ रही है। बिल्कुल हौली हौली बिल्कुल आराम नाल स्पीड देनी है जो कटर का बिल्कुल ध्यान रखना। देखो तेरे सामने बिल्कुल शेप आ रही इस लाइव सेशन के दौरान क्योंकि आप इंडस्ट्री काम कर रहे हैं ना होर आवाज बहुत आ रही है इस करके असं कोशिश कर रहे हैं कि जिन्नी तुहानू क्लीयर आवाज साड़ी सुन सके क्योंकि मशीन की अपनी आवाज बहुत ज्यादा आ रही है इतने तो आप कटिंग कर रहे हैं देखो पूरा शेप बन जा रही है कटिंग बिल्कुल बिल्कुल सीधे कैमरा बिल्कुल अगे लेके जाएंगे।
काम ये बिल्कुल शेप सही आ रही है, सेंटर सही लग रहा है और बिल्कुल शेप टी शेप बन गई जो मुझे तो नजर आनी होगी, बिल्कुल टी शेप ले रहा है। ये आप सिंगल ये आप टी स्लॉट यूज कितने कर रहे हैं आप कितने जावे अपन जिन्ने भी मिलिंग दे बेड है जिन्ने भी शेपर दे बेड है ਉਹਦੇ ਉੱਪਰ ਕੋਈ ਵੀ ਟੂਲ ਕੋਈ ਵੀ ਤੁਸੀਂ ਜਦੋਂ ਤੁਸੀਂ ਕੋਈ ਟੂਲ ਜਾਂ ਆਪਣਾ ਕੋਈ ਇੰਸਟਰੂਮੈਂਟ ਆਪ ਮਿਲਿੰਗ ਆ ਮਿਲਿੰਗ ਵਰਟੀਕਲ ਇਹਦਾ ਤੇ ਜੋ ਆਪਣਾ ਇਹ ਵੀ ਟੀ ਸਲੌਟ ਕੱਟਿਆ ਗਿਆ ਇਹ ਬੈਡ ਤੇ ਯੂਜ਼ ਕੀਤਾ ਜਾਂਦਾ ਇਹ ਕਲੈਂਪਿੰਗ ਵਾਸਤੇ ਬੋਰਡ ਨੂੰ ਕਲੈਂਪ ਵਾਸਤੇ ਕੰਮ ਹੁੰਦਾ ਕੋਈ ਵੀ ਤੁਸੀਂ ਆਪਣਾ ਜਗਾੜ ਕੋਈ ਆਪਣੇ ਜਿਕ ਐਂਡ ਵਿੱਚ ਟਾਈਟ ਕਰਨਾ ਹੋਵੇ ਕੋਈ ਵਾਈਸ ਟਾਈਟ ਕਰਨੀ ਵਾਈਸ ਕਲੈਂਪ ਕਰਨੀ ਹੋਵੇ ਇਹ ਵਾਲਾ ਯੂਜ਼ ਹੁੰਦਾ ਇਹ ਤਾਂ ਬੋਰਡ ਦਾ ਇਸ ਤਰ੍ਹਾਂ की टी सलॉट का काम करते हैं। बिल्कुल आराम ना आल्फा स्टैप पुलिट लगी है जो ਤੁਸੀਂ ਧਿਆਨ ਰੱਖੋਗੇ ਇਹਦੇ ਵਿੱਚ ਇੱਕ ਸਟੈਪ ਲੱਗੀ ਹੁੰਦੀ ਹੈ ਜਿਸ ਸਪੀਡ ਔਰ ਇਹਦੀ ਤੁਸੀਂ ਸਪੀਡ ਘਟਾਉਣਾ ਬੜਾ ਸਪੀਡ ਨਾਲ ਮਿਲਿੰਗ ਆ ਇਹਦਾ ਹੈਡ ਹੁੰਦਾ ਹੈ ਮਿਲਿੰਗ ਦਾ ਹੈਡ ਤੁਸੀਂ ਦੇਖ ਰਹੇ ਹੋ ਆ ਟੂਲ ਸਾਰਾ ਕਰ ਰਿਹਾ ਪਿੱਛੇ ਨਾਲ ਹੀ ਹੁਣ ਸ਼ੇਪ ਨਹੀਂ ਨਿਕਲਦੀ ਤੁਹਾਨੂੰ ਨਜ਼ਰ ਆ ਰਹੀ ਹੈ देखो प्रैक्टिकल काम जो भी आप जानते हैं अपन नॉलेज होनी बहुत ज़्यादा जरूरी है मशीन के बारे कि ड्राइंग पानी है सब तो पहले ड्राइंग पानी तो मिलनी चाहिए जो अपन ड्राइंग से मंगे तो डायमेंशन पानी आनी है स्पैसीफिकेशन तुम पानी आनी है वो सिंबल्स पाने आते हैं ये सब कुछ बच्चों को होना चाहिए वो की है कि जो तुम ड्राइंग पढ़ लेंगे तो तुम पीस ईजी बनाना आराम ईजी स्पैसीफिकेशन पता है तुम पीस बनाना बहुत ईजी है जैसा कि प्रोडक्शन बिल्ड और इंजीनियरिंग ड्राइंग इन्होंने दोनों का बहुत ज़्यादा लिंक है तुम इंजीनियरिंग ड्राइंग पढ़नी है कि तुम कोई भी प्रोडक्ट या कोई भी जॉब बड़े आराम से बना सकते तुम डिस्कस कर सकते हो अपने सीनियर्स के अपने टीचर्स के जो तुम काम आता है तुम नॉलेज हैगी इदा की कामों से ड्राइंग पढ़नी और प्रैक्टिकल नॉलेज बारे अपने टीचर ने डिस्कस जरूर कराया करो कोई भी करना कितना वर्नियर कैलकुलेटर पढ़ना माइक्रोमीटर कितना पढ़ना ये सब तुम नॉलेज होनी चाहिए फ्लैटनेस आम इंटरव्यू पूछे ना फ्लैटनेस कि चेक करी दी है ठीक है जो कोई चीज राइट एंगल है उन्होंने कि चेक कर दी गुणीए जिन्हें पंजाबी कहने गुणीए तो कि चेक होंगी है ठीक है जी सरफेस फिनिशिंग के की सिंबल होंगे है तो सारी चीज़ा क्वेश्चन पूछे जाते अपन ये क्वेश्चन पता होने चाहिए ये तुम क्लास में जो जूम क्लासा लाने अपने टीचर के नाल डिस्कस करा करो चीज़ा कि सर फ्लैटनेस की होंगी है आरानोस की होंगी है ठीक है जी स्पैसीफिकेशन कि चेक करते हैं आप गेजेस कि होंगी इंडस्ट्री आम वर्नियर कैलिपर नहीं यूज करते क्योंकि प्रोडक्शन का काम होता है इतने गेजा यूज होंगे प्लग गेजा स्नैप गेज यूज कर लेंगे इन्हों को गेजा होंगे रेड प्लग गेजा यूज करते क्योंकि इंस्ट्रूमेंट बड़े स्काई इंस्ट्रूमेंट होंगे ये आम तौर यूज करते हैं प्रोडक्शन का हमेशा गेजा यूज होंगे देखो ना शेप निकलती नजर आ रही है तो ये जो कोई जॉब आंदी देख रही हो ये बिल्कुल रेडी होंगे क्योंकि आप ग्रुप ता कढ़िया क्यों ग्रुप कढ़िया वाला ये ग्रुप ता कढ़िया कि जो टी स्लॉट का जो आ नोड है जो टी स्लॉट का जो आ एरिया है ये निकल सके स्पिंडल बिल्कुल क्लोज कर सके टी स्लॉट जा सकता जिससे कि ये जो ग्रुप कढ़िया आप हिसाब से कढ़िया जो टी स्लॉट का टायर जो स्पिंडल का टायर लाइव सैशन देख रहे हो अज अभी दविंद्रा इंडस्ट्री पहुंचे हैं असं बहुत धन्यवाद करते हैं दविंद्रा इंडस्ट्री का भी और अपने सारे सीनियर जिन्हें सारे सीनियर ऑफिसर साहबान है जिन्होंने सानू इनकरेजमेंट किया काम करने वास्ते सारा का धन्यवाद करते सारे टीचर साहबान का धन्यवाद करते ये बच्चों ਤੁਹਾਡੇ वास्ते किया क्योंकि लॉकडाउन ਤੁਹਾਨੂੰ पता ही है कि आप नहीं बाहर जा सकते अभी कोशिश की कि इंडस्ट्री वाले ने गल करके ਤੁਹਾਨੂੰ थोड़ा प्रैक्टिस करके दिखाया जाए आप कि जॉब कितना आप बनाइए फीस फुट कितना आप कटना है और भी फ्यूचर आप प्लानिंग करके कोशिश करांगे तुम देख रहे हो कि बिल्कुल पीस फ्लोट देखो पूरा नजर आ रहा है ध्यान जितना पीस फाइनल होंगे तुम कट के आप पीस दिखाने बारे जी स्पैसीफिकेशन तुम लैके दिखाने कि कितना बने
ड्राइंग लिया सेम आ चीज नजर आएगी जो मान लो जे आप इंजीनियरिंग करेंगे तो आ चीज आप हम अपने आ चीज निकल रही है आ ग्रुप आप कर लिया हम आप आ चीज कर रहे हैं एक सेक्शन भी हो रहा है इन दोनों का कंपैरिजन तो इंसान करके सेम चीज जो ड्राइंग का नजर आएगी सेम का प्रोडक्ट सारे प्रोडक्ट नजर जो भी जॉब है इस तरह के ये दोनों का कंपैरिजन तो नजर आया आ चीज सेम हो तो बनूंगी these are the basic comparison बस थोड़ा ही फाइनल टच कर लगेगा वो भी देख रहे हो उसके बाद आप थोड़ी फाइलिंग करनी है ताकि जो 12 ही है ये 12 आप ला दूंगे ताकि हाथ ना लग सके उसके बाद हम मेरी डायमेंशन लेके दिखाएंगे मेजरमेंट लेके दिखाएंगे जो आप स्ट्रेच में रखने से वाकई उस स्ट्रेच में बढ़िया कि नहीं बढ़िया तो लास्ट कट को सामने पीस तोड़ का आप दिखा रहे हैं धीमे धीमे पीस स्टार हो रहा है उसके बाद करके नजर दिखाना लास्ट अंदर पीस है बस ठीक है कोई हम निकल और बस थोड़ा ही बस पीस खोलने लगे खोलने के बाद आप इंस्पेक्शन कराएंगे इन देखेंगे ये फाइलिंग थोड़ी बहुत कराएंगे क्योंकि थोड़ी चिप्स आ गई बाहर आ गई है वो आप बाहर रिमूव करने उपरांत कर लेंगे पीस आराम बड़े सामने बिल्कुल पीस तोड़ की एक शेप बन चुकी है इसके बाद हम कुछ और मशीन बारे भी जानकारी देंगे जो ऐसी मशीन है ही थोड़ी ब्रीफ जानकारी देंगे केड़ी मशीन से है कितना वो काम कर दिया आफ्टर दिस जो जॉब है कंप्लीट हो गई कोशिश करेंगे कि जो मशीन हम दिखा सके या आप लोगों को टाइम बचा तो हम जो मशीन हमारे में कंप्लीट होने पूरी है बस अपना फाइनल कट लग चुका है फाइनल कट लगने के बाद आप पीस खोलेंगे क्योंकि पीस जो खोलने थोड़ा गर्म होता है इसलिए आप थोड़ा ज़्यादा वेट करेंगे ताकि बस ठीक बस ठीक और आप देखो पीस जिस ध्यान शेप देखा बिल्कुल
30 रोड वांगू ये निकल के बाहर आ चुका है। बाहर निकल कर सब तो पहले हम अपना जी टॉप चीज दिखाएंगे। देखो आज बार ना फाइलिंग करता है, फाइलिंग करके आप बार पर मूव कर सकते हैं ताकि किस अपन लगे 14 mm के लगभग ये ग्रूव है। और जो पिछला ग्रूव है अपना निचले जो पट्टी कटी है 25 mm हाँ ये 25 के करीब है। इस करके ਦੇ ਨਾਲ ਆਪਾਂ ਤੁਹਾਨੂੰ ਇਹ ਗਰੂਪ ਦੇਖੋ ਕਿੰਨਾ ਵਧੀਆ ਨਿਕਲਿਆ ਹੈ। ਇਹਨੂੰ ਆਪਾਂ ਕਹਿੰਦੇ 30 ਹੁਣ ਆਪਾਂ ਇਹਦਾ ਕਿਉਂ ਕੱਢਿਆ ਕਿਉਂਕਿ ਇਹ ਚ ਕੋਈ ਵੀ ਆਪਾਂ ਬੋਲਟ ਫਿੱਟ ਕਰ ਸਕਦੇ ਇਹਨੂੰ ਟਾਈਟ ਕਰਨ ਵਾਸਤੇ। ਠੀਕ ਹੈ ਇਦਾਂ ਹੀ ਦੇਖੋ ਕਿੰਨਾ ਵਧੀਆ ਨਿਕਲਿਆ ਹੈ। ਇਹਦੀ ਸ਼ੇਪ ਦੇਖੋ ਕਿੰਨੀ ਫਿਨਿਸ਼ਿੰਗ ਅੱਛੀ ਆਈ ਹੈ। ਇਹਨੂੰ ਬਸ ਤੁਸੀਂ ਫਾਈਲਿੰਗ ਕਰਕੇ ਇਹਨੂੰ ਰਿਮੂਵ ਕਰ ਸਕਦੇ ਹੋ। ਇਹਨੂੰ ਆਪਾਂ ਕਹਿੰਦੇ 30 ਰੋਡ ਦਾ ਜਿੰਨਾ ਵੀ ਆਪਾਂ 30 ਰੋਡ ਕੱਟਣਾ ਹੈ ਮਿਲੀ ਮਸ਼ੀਨ ਉਹ ਭਾਈ ਦੱਸ ਕੇ ਕਿਸ ਤਰੀਕੇ ਨਾਲ ਕਰਨਾ। ਆਓ ਆਪਾਂ ਤੁਹਾਨੂੰ ਆਹ ਹੁਣ ਇਸ ਸੈਸ਼ਨ ਦੇ ਤੁਹਾਨੂੰ ਕੁਝ ਹੋਰ ਮਸ਼ੀਨਾਂ ਬਾਰੇ ਦੱਸ ਦਈਏ। ਜਿਵੇਂ ਕਿ ਤੁਸੀਂ ਆਹ ਮਸ਼ੀਨ ਦੇਖ ਰਹੇ ਹੋ ਇਹ ਆਪਣੀ ਵਰਟੀਕਲ ਹੌਰੀਜ਼ੌਂਟਲ ਮਿਲਿੰਗ ਮਸ਼ੀਨ ਹੈ। ਇਹਦੇ ਉੱਤੇ ਸੈਟਅਪ ਬਣਿਆ ਹੋਇਆ ਹੈ, ਇੰਡੈਕਸਿੰਗ ਸੈਟਅਪ ਬਣਿਆ ਹੋਇਆ ਹੈ। ਇਹਨੂੰ ਆਪਾਂ ਇੰਡੈਕਸਿੰਗ ਸੈਟਅਪ ਕਹਿੰਦੇ ਹਾਂ। ਸਾਰਾ ਆਹ ਇੰਡੈਕਸਿੰਗ ਪਲੇਟ ਲੱਗੀ ਹੋਈ ਹੈ। ਇੰਡੈਕਸਿੰਗ ਪਲੇਟ ਦੇ ਨਾਲ ਆਪਾਂ ਕੋਈ ਵੀ ਚੀਜ਼ ਤੁਸੀਂ ਜੇ ਕੋਈ ਗੇਅਰ ਕੱਟਣਾ ਹੋਵੇ ਤੁਸੀਂ ਬੜੇ ਆਰਾਮ ਨਾਲ ਗੇਅਰ ਕੱਟ ਸਕਦੇ ਹੋ। ਏਦਾਂ ਹੀ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਈਏ ਜੋ ਆਪਾਂ ਪ੍ਰੋਡਕਟ ਬਣਾਇਆ ਇਹ ਆਪਣਾ ਸੀ ਟੀ ਸ਼ੇਪ जो आप ਦਿੱਤੀ ਹੈ ਜੌਬ ਨੂੰ ਦੇਖੋ ਕਿੰਨਾ ਨੀਟ ਐਂਡ ਕਲੀਨ ਆਉਂਦਾ ਹੈ। ਇਹ ਆਪਣੀ ਵਰਟੀਕਲ ਮੀਨ ਮਸ਼ੀਨ ਸੀ ਜਿੱਥੇ ਆਪਾਂ ਕੱਟਿਆ। ਆਜੋ ਤੁਹਾਨੂੰ ਹੋਰ एक लेट मशीन ਇੱਥੇ ਪਈ ਹੈ ਜਿਹਦਾ ਜੀ ਸਕਰੂ ਹੈ ਜਿਹਦੇ ਉੱਪਰ ਐਕਮ ਥ੍ਰੈਡ ਪਏ ਹੁੰਦੇ ਆ। ਐਕਮੇ ਥ੍ਰੈਡ ਕਹਿੰਦੇ ਆ। ਫੋਰ ਦਾ ਚੱਕ ਇੱਥੇ ਫੋਰ ਦਾ ਚੱਕ ਲੱਗਾ ਹੋਇਆ ਹੈ। ਇਹਦਾ ਟੂਲ ਪੋਸਟ ਹੈ। ਟੂਲ ਤੇ ਜੇ ਕੋਈ ਜੋਬ ਇੱਥੇ ਰੋਣੀ ਕਰਾਂ ਨਾ ਚਾਹੂੰਗਾ ਆਪਣਾ ਡ੍ਰੇਸ ਤੱਕ ਲਗਾ ਟੇਸ ਤੋਂ ਵੱਲ ਲਗਾ ਹੋਇਆ ਹੈ। ਠੀਕ ਹੈ ਜੀ ਇਹ ਆਪਣੀ ਲੇਥ ਮਸ਼ੀਨ ਹੈ। ਇਦਾਂ ਹੋਰ ਇੰਡਸਟਰੀ ਵਿੱਚ ਕਾਫੀ ਮਸ਼ੀਨਾਂ ਪਈਆਂ ਹੋਈਆਂ ਹਨ ਪਰ ਜਦੋਂ ਵੀ ਇੰਡਸਟਰੀ ਚ ਆਉਣਾ ਹੈ ਇਹ ਧਿਆਨ ਰੱਖਣਾ ਹੈ ਕਿ ਸੇਫਟੀ ਦਾ ਜ਼ਰੂਰ ਧਿਆਨ ਰੱਖਣਾ। ਜਦੋਂ ਵੀ ਤੁਸੀਂ ਗੈਂਗ ਵਿੱਚ ਚੱਲਦੇ ਹੋ ਸੇਫਟੀ ਦਾ ਧਿਆਨ ਜ਼ਰੂਰ ਰੱਖੋ। ਸੇਫਟੀ ਮੀਨਸ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਓ ਕਿਉਂਕਿ ਜਦੋਂ ਵੀ ਬੱਚੇ ਇੱਥੇ ਆਉਂਦੇ ਹਨ ਉਹ ਇਹ ਜ਼ਰੂਰ ਧਿਆਨ ਰੱਖਣ ਕਿ ਇੰਡਸਟਰੀ ਵਿੱਚ ਜਦੋਂ ਵੀ ਹੋਣਾ ਹੈ ਉਹ ਸੇਫਟੀ ਦਾ ਧਿਆਨ ਰੱਖਣਾ। ਉਹ ਸੀਰੀਅਸ ਹੋ ਕੇ ਕੰਮ ਕਰਨਾ। जो तुम सीरियस होकर काम करेंगे तो काम आएगा। काम सीखने वास्ते सानू आप गल करनी पैंदी है। जिस तरह कि आप टीचर की रिस्पेक्ट करो टीचर काम सीखो जिन्ना तुम वधिया काम सीखोगे तो एज ए स्किल्ड वर्कर लिया जाएगा। इंडस्ट्री में हल्ले भी बहुत इंडस्ट्री बच्चों की लोड़ है पर वो चाहते कि सानू स्किल्ड वर्कर मिलने जिन्होंने सब कुछ होना होगा। इस तरह काम को सीखना चाहिए पर इंटरेस्ट सीखो जो तुहानू दिखाया गया है जॉब बारे जॉब का बिलिंग वर्टिकल मिलिंग का काम किया आप कट लगा जो कि 30 फुट कट थी एंटी स्कोर थी 22 लिखी थी आला टेबल है टेबल ਦੇ ਵਿੱਚ ਵੀ 30 ਫੁੱਟ ਕੱਟੇ ਹਨ। ਟੇਬਲ ਦੇ ਵਿੱਚ ਵੀ 30 ਫੁੱਟ ਕੱਟੇ ਹਨ। ਇਹਦਾ 30 ਫੁੱਟਾਂ ਵਿੱਚ ਇਹ ਦੋ ਘਟਾੜਾ 22 ਫੁੱਟ ਹੋਈ ਹੈ। ਇਹਦਾ 30 ਫੁੱਟ ਦਾ ਕੱਟਣ ਦਾ ਫਾਇਦਾ ਇਹ ਹੈ ਕਿ ਜਿੰਨੇ ਵੀ ਸਾਡੇ ਟੇਬਲ ਹੁੰਦੇ ਹਨ ਸ਼ੇਪ ਦੇ ਟੇਬਲ ਮਿਲਿੰਗ ਦੇ ਟੇਬਲ ਸਾਰੇ ਇੱਥੇ ਕੱਟੇ। ਓਕੇ ਅੱਜ ਦਾ ਸੈਸ਼ਨ बस इतनी आप खत्म करने जा रहे हैं। थैंक यू वेरी मच। बहुत बहुत धन्यवाद जो सारे जुड़े सारे टीचर का धन्यवाद सारे बच्चों का धन्यवाद। थैंक यू वेरी मच। थैंक यू। एक बार इंडस्ट्री दिखा दे सारी एक बार तुम आप इंडस्ट्री का व्यू दिखाने जिसे इतने काम चल रहे हैं इंडस्ट्री मामा दिखा दो ये सारे ये बच्चों ने लाइव मारा है कि किसी केड़ा ऑपरेशन कर रहे हैं कितने यूज हो रहा है ये दोनों करते हैं वो ऐसा ही जारी है जी। मैं कहीं कमा नंबर होल मार रहे हैं देखो कितना फाइन नंबर होल कितना फाइन टोल मार रहे हो कितना फाइन टोल लग रहा है लाइव
2.5 mm ਡੱਲ ਹੈ ਜੀ, ਕਿੰਨਾ ਫਾਈਨ ਡੱਲ ਹੈ। ਇਹਦਾ ਡਿਫਰੈਂਟ ਕੰਮ ਇੰਡਸਟਰੀ ਹੋ ਰਹੇ ਆ। ਇਹ ਓਨਰ ਹੈ ਜੀ ਆਪਣੇ ਇਸ ਫੈਕਟਰੀ ਦੇ ਮਿਸਟਰ ਸੁਰਿੰਦਰ ਸਿੰਘ ਓਨਰ ਹਨ, ਇਹਨਾਂ ਦੇ ਨਾਮ ਤੋਂ ਕੰਮ ਕਰ ਰਹੇ ਆ। ਇਹਨਾਂ ਨੂੰ ਬਹੁਤ ਸਹਿਯੋਗ ਮਿਲਿਆ, ਪਰ ਉਹ ਕਿੱਦਾਂ ਕਹਿੰਦੇ ਨੇ ਪ੍ਰੋਡਕਟ ਬਣਾ ਰਹੇ, ਦੇਖੋ ਕਿੰਨੇ ਵਧੀਆ। ਜੇ ਤੁਸੀਂ ਇੰਡਸਟਰੀ ਚਾਹੋਗੇ ਤੁਹਾਨੂੰ ਬਹੁਤ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਦੇਖੋ ਪ੍ਰੋਡਕਟ ਆਹ ਦੇਖੋ ਹੋਲ ਕਿੱਦਾਂ ਇਹਨਾਂ ਨੇ ਆਹ ਰੋਲ ਜਿਵੇਂ ਰੋਲਿੰਗ ਕੋਈ ਕਿਸੇ ਕਰਨ ਹੋਵੇ ਰੋਲਿੰਗ ਚਲਾਓ ਆਹ ਦੇਖੋ ਸਾਰਾ ਕੰਮ ਹੋ ਰਿਹਾ ਹੈ। ਕਿੰਨਾ ਵਧੀਆ ਕੰਮ ਕਰ ਰਹੇ। दो सेंटर लगे हैं, लाइव सेंटर डेड सेंटर लगा। इन डेड सेंटर कहते हैं, लाइव सेंटर कहते हैं। आ थोड़ा ग्राइंडिंग भी लगा, ठंडी का ग्राइंडिंग प्लास्टिक का कटिंग कितना करते हैं, वो भी इतने काम कर चलता पाया। ਤੁਹਾਨੂੰ ਕੋਈ ਟਾਈਮ ਲੱਗਦਾ, ਤੁਹਾਨੂੰ ਇਹਦੇ ਬਲੌਕ ਬਣਾ ਦਿਖਾएंगे। ਇਹ ਵੀ ਇੰਡਸਟਰੀ ਕਾਫੀ ਯੂਜ਼ ਹੁੰਦੀ ਹੈ, ਡ੍ਰਿਲਿੰਗ ਫੇਸਿੰਗ ਨਾਲ ਸਭ ਕੁਝ ਕਰਦੇ। ओके, थैंक यू वेरी मच, बहुत बहुत धन्यवाद। इतनी आप सैशन खत्म कर रहे हैं। नेक्स्ट टाइम होप हो कि ਤੁਹਾਨੂੰ ਵਧੀਆ ਸੈਸ਼ਨ ਲੱਗਾ ਹੋਵੇਗਾ। नेक्स्ट टाइम ਤੁਹਾਨੂੰ ਫਿਰ ਕਿਸੇ ਹੋਰ ਇੰਡਸਟਰੀ ਜਾਂ ਕੋਈ ਹੋਰ ਮਸ਼ੀਨ ਤੇ ਤੁਹਾਨੂੰ ਨਵਾਂ ਪਤਾ ਕਰਾਂਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਆਹ ਦੇਖੋ डिफरेंट टूल जिन्हें भी इंडस्ट्री पे होंगे, कटर आप देख रहे हैं, टैप सेट डिफरेंट टाइप ऑफ टैप सेट वाइट लगी हुई है। और इंडस्ट्री मशीन पे ले मशीन पे ना आयो लगा, चैन एंड कुकी सेट लगा ऊपर, जॉब को फोल्ड करके आगे की जॉब भी खूब हैवी जॉब भी बनानी होवे, वो वास्ते बड़ा चाकी यू लोड करके अपन वो लगा फिट थोड़ा सा इनु चैन एंड कुकी सेट कहते हैं। आज का जो सेशन देखा है, ये लाइव सेशन, क्योंकि अंदर आवाज नहीं आ रही थी प्रॉपर, इस तरह के सानू ऑफिस होना पिया। इतने डिफरेंट जो इंडस्ट्री च डिफरेंट जॉबां बहुत वधिया वधिया बनाउणियां, इस तरह कि मैं इस इंडस्ट्री का कोशिश की थी कि सारी इन्हां दी जॉब दिखा सकां, स्काइप जॉब दिखा सकां सारे जो कोई सवाल
जे किसी अपने बच्चे का कोई क्वेश्चन है, क्वारी है, प्लीज तो पूछ सकता हूँ, क्योंकि हुण असीं ऑफिस आ चुके हैं यूनिवर्सिटी तो बाद। जे किसी का कोई क्वारी है आपां वो सानूं पूछ सकदा है, आपां जवाब दे सकदे हां। जे कोई है तो प्लीज यूज अपना क्वेश्चन पूछो, क्योंकि टाइम वो कम घट रह गया। हेलो जे किसी बच्चे की क्वारी है तो पूछ सकदा है। अपने को हो जो है तो बढ़िया सारे अनम्यूट है ने अनम्यूट चेक कर लो करो बच्चे अनम्यूट है सारे फ्रंट कैमरा पार्टिसिपेट करो ठीक है पार्टिसिपेट करके देखो आ देखो गेम कितना हो गेम कटाना गेम सेट है जे किसी स्टूडेंट का कोई क्वेश्चन है, कोई क्वारी है, प्लीज वो पूछ सकता है अपन। अगर बात जे किसी बच्चे की कोई इंक्वायरी है ओपन पूछ सकता है। इतने सॉफ्टवेयर बनाते हैं, देखो काफी एक्यूरेट काम कर रहे हैं। कितने हैं इंपोर्टेड हो ये मेरी बनी हुई है ये सारा फॉरेन से अंदर का सिस्टम सारा माल इंपोर्टेड कंप्लाइंस करते हैं बच्चे। जे किसी बच्चे का कोई इंक्वायरी है, प्लीज वो पूछ सकता है क्वेश्चन। जे किसी बच्चे की एंड ओके जी, थैंक यू वेरी मच, बहुत बहुत धन्यवाद ਤੁਹਾਡਾ ਸਾਰਿਆਂ ਦਾ ਜੀ। ਲਾਈਵ ਸੈਸ਼ਨ ਦਾ ਆਪਾਂ ਅੱਜ ਇਹਨਾਂ ਦੀ ਕੋਸ਼ਿਸ਼ ਕੀਤੀ ਤਾਂ ਦੱਸਣ ਦੀ ਇੰਡਸਟਰੀ 'ਚ ਆ ਕੇ, ਕਿਉਂਕਿ ਇੱਥੇ ਡਿਸਟਰਬੈਂਸ ਬਹੁਤ ਜ਼ਿਆਦਾ ਹੁੰਦੀ ਹੈ, ਕਈ ਵੇਲੇ ਆਵਾਜ਼ ਨਹੀਂ ਪ੍ਰੋਪਰ ਸੁਣ ਪਾਉਂਦੀ। ਫਿਰ ਵੀ ਥੈਂਕ ਯੂ ਵੈਰੀ ਮਚ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਨੂੰ ਜੁੜੇ ਆ। ਥੈਂਕ ਯੂ ਵੈਰੀ ਮਚ।